ਜੀਵਨੀ ਭਾਈ ਵੀਰ ਸਿੰਘ ਜੀ ਦੀ। ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਕਿ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਬੱਚਿਓ, ਸਵਾਗਤ ਹੈ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਅਸੀਂ 12ਵੀਂ ਕਲਾਸ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਅੰਦਰ ਜਿਹੜੇ ਕਿ ਵੱਖ-ਵੱਖ ਕਵੀਆਂ ਬਾਰੇ, ਕਿੱਸਾਕਾਰਾਂ ਬਾਰੇ, ਸੂਫੀ ਕਵੀ ਹੋ ਗਏ, ਆਧੁਨਿਕ ਕਵੀ ਹੋ ਗਏ, ਉਹਨਾਂ ਬਾਰੇ ਜਿਹੜਾ ਦੱਸਿਆ ਗਿਆ, ਉਹਨਾਂ ਦੀ ਸਾਹਿਤਿਕ ਦੇਣ ਬਾਰੇ, ਉਹਨਾਂ ਦੇ ਜਿਹੜੇ ਰਚਨਾਵਾਂ ਬਾਰੇ ਦੱਸਿਆ ਗਿਆ, ਉਹਦਾ ਅਧਿਐਨ ਕਰਾਂਗੇ। ਸਭ ਤੋਂ ਪਹਿਲਾਂ ਮੈਂ ਭਾਈ ਵੀਰ ਸਿੰਘ ਜੀ ਬਾਰੇ ਪੜ੍ਹਾਵਾਂਗੀ। ਇਹ ਭਾਈ ਵੀਰ ਸਿੰਘ ਜੀ ਜਿਹੜੇ ਕਿ ਬਹੁਤ ਹੀ ਉੱਘੇ ਗਿਆਨੀ ਕਵੀ ਹੋਏ ਹਨ। ਉਹਨਾਂ ਦੇ ਚਾਹੇ ਬਾਰੇ ਸੀ ਮੈਂ ਪੂਰਾ ਤੁਹਾਨੂੰ ਡਿਟੇਲ ਨਾ ਬਣਾਵਾਂ ਤਾਂ ਬਹੁਤ ਲੰਬੀ ਵੀਡੀਓ ਬਣ ਜਾਏਗੀ, ਲੈਂਥੀ ਵੀਡੀਓ ਬਣ ਜਾਏਗੀ ਤੁਹਾਨੂੰ, ਕਿਉਂਕਿ ਤੁਹਾਡੇ ਪੇਪਰ ਨਜ਼ਦੀਕ ਨੇ, ਇਸ ਲਈ ਮੈਂ ਸ਼ਾਰਟ ਵਿੱਚ ਵੀਡੀਓ ਬਣਾਵਾਂਗੀ ਤਾਂ ਕਿ ਤੁਹਾਨੂੰ ਬਰੀਫ ਵਿੱਚ ਥੋੜ੍ਹਾ ਸ਼ਾਰਟਕਟ ਕਰਕੇ ਤੁਹਾਨੂੰ ਦੱਸ ਸਕਾਂ, ਤਾਂ ਕਿ ਤੁਸੀਂ ਚੰਗੀ ਤਰ੍ਹਾਂ ਉਸਨੂੰ ਯਾਦ ਕਰ ਸਕੋ। ਔਰ ਪੇਪਰ ਵਿੱਚ ਅਗਰ ਉਹਨਾਂ ਦਾ ਜੀਵਨ ਪਰਿਚੈ ਆ ਜਾਏ ਜਾਂ ਜੀਵਨੀ ਲਿਖਣ ਵਾਸਤੇ ਆ ਜਾਏ ਜਾਂ ਉਹਨਾਂ ਦੀ ਰਚਨਾਵਾਂ ਬਾਰੇ ਆ ਜਾਏ ਤਾਂ ਤੁਸੀਂ ਉਹਨੂੰ ਯਾਦ ਕਰ ਸਕੋ ਔਰ ਲਿਖ ਸਕੋ। ਇਸ ਲਈ ਉਹਨੂੰ ਥੋੜ੍ਹਾ ਸ਼ਾਰਟ ਕਰਕੇ ਸਮਝਾਵਾਂਗੀ। ਭਾਈ ਵੀਰ ਸਿੰਘ ਭਾਈ ਵੀਰ ਸਿੰਘ ਜੀ ਜਿਹੜੇ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਛੋਟੀਆਂ ਕਵਿਤਾਵਾਂ ਦਾ ਕਵੀ, ਵੱਡਾ ਕਵੀ, ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ, ਕੁਦਰਤ ਦਾ ਕਵੀ, ਰਹੱਸਵਾਦੀ ਕਵੀ, ਅਧਿਆਤਮਕ ਕਵੀ ਆਦਿ ਨਾਵਾਂ ਦੇ ਨਾਲ ਵੀ ਬੁਲਾਇਆ ਜਾਂਦਾ ਹੈ। ਸੋ ਜੇ ਤੁਹਾਨੂੰ ਇਹਨਾਂ ਦੇ ਬਾਰੇ ਲਿਖਣਾ ਪਏ, ਇਹਨਾਂ ਦੇ ਜੀਵਨ ਪਰਿਚੈ ਆ ਜਾਂਦਾ ਜਾਂ ਜੀਵਨੀ ਬਾਰੇ ਆ ਜਾਂਦਾ ਤਾਂ ਤੁਸੀਂ ਪੁਆਇੰਟਸ ਵਿੱਚ ਲਿਖੋਗੇ। ਉਹ ਤੁਹਾਨੂੰ ਦੱਸਦੀ ਕਿਸ ਤਰ੍ਹਾਂ ਲਿਖਣਾ ਹੈ। ਇਹਨਾਂ ਦੇ ਸਾਹਿਤਿਕ ਦੇਣ ਬਾਰੇ ਲਿਖਾਂਗੇ, ਇਹਨਾਂ ਦੇ ਜੋ ਵੀ ਪ੍ਰਮੁੱਖ ਕਵਿਤਾਵਾਂ ਉਹਨਾਂ ਬਾਰੇ ਲਿਖਾਂਗੇ, ਇਹਨਾਂ ਨੇ ਕਿਸ ਤਰ੍ਹਾਂ ਦੀ ਭਾਸ਼ਾ ਸ਼ੈਲੀ ਦਾ ਇਸਤੇਮਾਲ ਕੀਤਾ ਉਹ ਲਿਖਾਂਗੇ। ਸੋ ਜੇ ਤੁਹਾਨੂੰ ਪੰਜਾਬੀ ਦੇ ਪੇਪਰ ਵਿੱਚ ਭਾਈ ਵੀਰ ਸਿੰਘ ਜੀ ਬਾਰੇ ਆ ਜਾਂਦਾ ਹੈ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਲਿਖੋਗੇ। ਅਗਰ ਪੂਰਾ ਡਿਟੇਲ 'ਚ ਆ ਜਾਂਦਾ, ਪਹਿਲਾਂ ਤੁਸੀਂ ਪੁਆਇੰਟ ਬਣਾਓਗੇ ਮੁੱਢਲੀ ਜਾਣਕਾਰੀ। ਮੁੱਢਲੀ ਜਾਣਕਾਰੀ ਵਿੱਚ ਲਿਖੋਗੇ ਕਿ ਭਾਈ ਵੀਰ ਸਿੰਘ ਜੀ ਜਿਹੜੇ ਨੇ ਪੰਜਾਬੀ ਕਵਿਤਾ ਨੂੰ ਉਹਨਾਂ ਨਵੀਆਂ ਲੀਹਾਂ 'ਤੇ ਪਾਇਆ। ਆਪ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਆਪ ਦਾ ਜਿਹੜਾ ਕਿ ਜਨਮ 5 ਦਸੰਬਰ 1872 ਅੰਮ੍ਰਿਤਸਰ ਪਿਤਾ ਚਰਨ ਸਿੰਘ ਜੀ, ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਔਰ ਇਹ ਸਾਰੀ ਚੀਜ਼ਾਂ ਲਿਖ ਕੇ ਨਾਲ ਅੱਗੋਂ ਬਾਅਦ ਸੈਕਿੰਡ ਪੁਆਇੰਟ ਬਣਾਓਗੇ ਸਾਹਿਤਿਕ ਦੇਣ। ਸਾਹਿਤਿਕ ਦੇਣ ਵਿੱਚ ਲਿਖੋਗੇ ਕਿ ਆਪ ਨੇ ਬਹੁਤ ਸਾਰੀ ਰਚਨਾ ਕੀਤੀ। ਆਪ ਨੇ ਬਹੁਤ ਸਾਰੀ ਜਿਹੜੀ ਨਾਵਲ, ਨਾਟਕ, ਵਾਰਤਕ ਲਿਖੀ। ਜਿਵੇਂ ਨਾਵਲ ਪਹਿਲਾ ਪੁਆਇੰਟ ਬਣਾ ਦੋਗੇ, ਏ ਪੁਆਇੰਟ ਨਾਵਲ ਵਿੱਚ ਲਿਖੋਗੇ ਉਹਨਾਂ ਦੇ ਨਾਵਲ ਹਨ ਸੁੰਦਰੀ, ਵਿਜੇ ਸਿੰਘ, ਸਤਵੰਤ ਕੌਰ। ਫਿਰ ਨਾਟਕ ਰਚਨਾ ਬੀ ਪੁਆਇੰਟ ਬਣਾਓਗੇ, ਵਿੱਚ ਲਿਖੋਗੇ ਕਿ ਰਾਜਾ ਲੱਖ ਦਾਤਾ ਸਿੰਘ। ਸੀ ਪੁਆਇੰਟ ਬਣਾਓਗੇ ਕਾਵ ਰਚਨਾ ਵਿੱਚ ਰਾਣਾ ਸੂਰਤ ਸਿੰਘ ਜਿਹੜਾ ਕਿ ਮਹਾਕਾਵ ਹੈ। ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ, ਪ੍ਰੀਤ ਵੀਨਾ। ਫਿਰ ਡੀ ਪੁਆਇੰਟ ਬਣਾਓਗੇ ਵਾਰਤਕ ਰਚਨਾ। ਵਾਰਤਕ ਰਚਨਾ ਵਿੱਚ ਲਿਖੋਗੇ ਸ਼੍ਰੀ ਗੁਰੂ ਕਲਗੀਧਰ ਚਮਤਕਾਰ, ਸ਼੍ਰੀ ਗੁਰੂ ਨਾਨਕ ਫਿਰ ਤੁਸੀਂ ਈ ਪੁਆਇੰਟ ਬਣਾਓਗੇ ਸੰਪਾਦਨ ਅਤੇ ਵਿਆਖਿਆ। ਉਹਨਾਂ 'ਚ ਲਿਖੋਗੇ ਸਿੱਖਾਂ ਦੀ ਭਗਤਮਾਲਾ, ਪੁਰਾਤਨ ਜਨਮ ਸਾਖੀ, ਪੰਜ ਗ੍ਰੰਥੀ ਟੀਕਾ। ਫਿਰ ਮੇਨ ਥਰਡ ਪੁਆਇੰਟ, ਪਹਿਲਾਂ ਅਸੀਂ ਬਣਾਇਆ ਮੁੱਢਲੀ ਜਾਣਕਾਰੀ, ਦੂਸਰਾ ਹੀ ਬਣਾਇਆ ਕਿ ਸਾਹਿਤਿਕ ਦੇਣ, ਕਿਹੜੇ ਨਾਵਲ ਲਿਖੇ, ਨਾਟਕ ਲਿਖੇ, ਵਾਰਤਕ ਲਿਖੀ, ਕਾਵ ਸੰਗ੍ਰਹਿ ਕਿਹੜੇ ਲਿਖੇ। ਫਿਰ ਥਰਡ ਪੁਆਇੰਟ ਜਿਹੜਾ ਮੇਨ ਬਣੇਗਾ ਰਚਨਾ ਦੇ ਵਿਸ਼ੇ। ਜਿਹੜੀ ਵੀ ਉਹਨਾਂ ਨੇ ਰਚਨਾ ਲਿਖੀ ਹੈ, ਜਿੰਨੇ ਵੀ ਨਾਵਲ, ਨਾਟਕ ਲਿਖੇ, ਉਹਨਾਂ ਦੇ ਵਿਸ਼ੇ ਕਿਵੇਂ ਜਿਹੀ, ਜਿਹੜੇ ਕਿ ਭਾਈ ਵੀਰ ਸਿੰਘ ਜੀ ਸ਼ੁਰੂ ਤੋਂ ਉਹਨਾਂ ਦਾ ਅਧਿਆਤਮ ਵੱਲ ਜਿਹੜਾ ਕਿ ਧਿਆਨ ਜ਼ਿਆਦਾ ਰਿਹਾ ਹੈ। ਔਰ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ, ਸਿੱਖ ਧਰਮ ਨਾਲ ਜੋੜਨ ਲਈ ਜਾਂ ਸਹੀ ਮਾਰਗ 'ਤੇ ਚੱਲਣ ਵਾਸਤੇ ਇੰਝ ਦੀ ਉਹਨਾਂ ਨੇ ਰਚਨਾ ਰਚੀ ਹੈ। ਉਹਨਾਂ ਦੀ ਜਿਹੜੀ ਰਚਨਾ ਹੈ ਸਾਰੀ ਜਿਹੜੀ ਹੈ ਉਹਨਾਂ ਵਿੱਚ ਉਹਨਾਂ ਨੇ ਜ਼ਿਆਦਾਤਰ ਅਧਿਆਤਮ ਦੀ ਗੱਲ ਕੀਤੀ, ਪਰਮਾਤਮਾ ਦੀ ਗੱਲ ਕੀਤੀ, ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਕੀਤੀ ਹੈ। ਜਿਵੇਂ ਬਿਜਲੀਆਂ ਦੇ ਹਾਰ ਵਿੱਚ ਉਹਨਾਂ ਨੇ ਇੱਕ ਡੂੰਘਾ ਰਹੱਸਵਾਦੀ ਵਰਣਨ ਕੀਤਾ ਹੈ। ਮੇਰੇ ਸਾਈਆਂ ਜੀਓ ਵਿੱਚ ਅਧਿਆਤਮਕ ਵਰਣਨ ਹੈ। ਮਟਕ ਹੁਲਾਰੇ ਵਿੱਚ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਿਆ ਹੈ। ਉਹਨਾਂ ਦੀ ਕਵਿਤਾ ਸਮੇਂ ਦੀ ਇੰਪੋਰਟੈਂਸ, ਸਮੇਂ ਦੇ ਮਹੱਤਵ ਬਾਰੇ ਦੱਸਿਆ ਹੈ। ਕੰਬ ਦੀ ਕਲਾਈ ਜਿਹੜੀ ਕਵਿਤਾ ਤੁਹਾਡੇ ਸਿਲੇਬਸ ਵਿੱਚ ਵੀ ਹੈ, ਉਹਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਸੁਪਨੇ ਵਿੱਚ ਉਸ ਨੂੰ ਪਰਮਾਤਮਾ ਦਾ ਜਿਹੜਾ ਕਿ ਅਨੁਭਵ ਹੁੰਦਾ ਹੈ, ਉਹ ਅਧਿਆਤਮ ਹੈ। ਫਿਰ ਫੋਰਥ ਪੁਆਇੰਟ ਬਣਾਓਗੇ ਭਾਸ਼ਾ ਅਤੇ ਸ਼ੈਲੀ ਪੁਆਇੰਟ ਬਣਾਓਗੇ। ਆਪ ਨੇ ਜਿਹੜੀ ਸਾਰੀ ਰਚਨਾ ਹੈ ਪੰਜਾਬੀ, ਅੰਗਰੇਜ਼ੀ, ਫਾਰਸੀ, ਸੰਸਕ੍ਰਿਤ ਵਿੱਚ ਕੀਤੀ। ਆਪ ਦੀ ਰਚਨਾ ਦੀ ਬੋਲੀ ਸਾਫ਼, ਸਰਲ, ਮੁਹਾਵਰੇਦਾਰ, ਆਸਾਨ ਕੀਤੀ ਹੈ ਤਾਂ ਕਿ ਜਿਹੜਾ ਵੀ ਵਿਅਕਤੀ ਉਸਨੂੰ ਪੜ੍ਹੇ ਉਹ ਆਸਾਨੀ ਨਾਲ ਸਮਝ ਸਕੇ। ਭਾਵੇਂ ਕਿ ਉਹਨਾਂ ਨੇ ਗੂੜ੍ਹ ਗਿਆਨ ਦੀਆਂ ਗੱਲਾਂ ਕੀਤੀਆਂ ਹਨ, ਪਰ ਫਿਰ ਵੀ ਉਹਨਾਂ ਨੇ ਆਪਣੀ ਭਾਸ਼ਾ ਜਿਹੜੀ ਕਿ ਇੰਨੀ ਸਿੰਪਲ ਰੱਖੀ ਹੈ ਤਾਂ ਕਿ ਆਮ ਵਿਅਕਤੀ ਵੀ ਉਸਨੂੰ ਪੜ੍ਹ ਕੇ ਉਹਨਾਂ ਦੀ ਕਵਿਤਾਵਾਂ ਦਾ, ਉਹਨਾਂ ਦੇ ਨਾਟਕਾਂ ਦਾ ਜਿਹੜਾ ਵਿਚਲਾ ਮੇਨ ਪੁਆਇੰਟ ਹੈ, ਰਹੱਸ, ਉਸਨੂੰ ਸਮਝ ਸਕੇ। ਸੋ ਮੇਨ ਪੁਆਇੰਟ ਪਹਿਲਾ ਤੁਸੀਂ ਪੁਆਇੰਟ ਕੀ ਬਣਾਇਆ, ਮੁੱਢਲੀ ਜਾਣਕਾਰੀ। ਦੂਸਰਾ ਬਣਾਇਆ ਸਾਹਿਤਿਕ ਦੇਣ। ਤੀਸਰਾ ਬਣਾਇਆ ਰਚਨਾ ਦੇ ਵਿਸ਼ੇ। ਉਹਨਾਂ ਜਿਹੜੀ ਰਚਨਾ ਪੂਰੀ ਰਚੀ ਉਸ ਦੇ ਉਹਦੇ ਵਿਸ਼ੇ ਕਿੰਝ ਦੇ ਲਏ, ਕਿਹੜੇ ਟੌਪਿਕਸ ਉਹਨਾਂ ਲਿਖਿਆ। ਫੋਰਥ ਪੁਆਇੰਟ ਬਣਾਇਆ ਭਾਸ਼ਾ ਅਤੇ ਸ਼ੈਲੀ। ਕਿਸ ਤਰ੍ਹਾਂ ਦੀ ਭਾਸ਼ਾ, ਕਿਸ ਤਰ੍ਹਾਂ ਦੇ ਤਰੀਕੇ ਨਾਲ ਉਹਨਾਂ ਨੇ ਲਿਖਿਆ। ਲਾਸਟ ਤੁਸੀਂ ਕਨਕਲੂਡ ਕਰਕੇ ਬਸ 2 ਲਾਈਨਾਂ ਲਿਖ ਸਕਦੇ ਹੋ ਕਿ ਭਾਈ ਵੀਰ ਸਿੰਘ ਜੀ ਪੰਜਾਬੀ ਕਵਿਤਾਵਾਂ ਦੇ ਮੋਢੀ ਕਵੀ ਰਹੇ ਹਨ, ਸਰਬਾਂਗੀ ਲੇਖਕ ਰਹੇ ਹਨ। ਉਹਨਾਂ ਨੇ ਪੰਜਾਬੀ ਕਵਿਤਾਵਾਂ ਨੂੰ, ਪੰਜਾਬੀ ਸਾਹਿਤ ਨੂੰ ਨਵੀਆਂ ਲੀਹਾਂ 'ਤੇ
ਪਾਇਆ। ਸੋ ਇਹ ਸੀ ਭਾਈ ਵੀਰ ਸਿੰਘ ਜੀ ਦਾ ਸ਼ਾਰਟ ਵਿੱਚ ਦੱਸਿਆ ਹੈ, ਕਿਉਂਕਿ ਜੇ ਬਹੁਤ ਲੌਂਗ ਬਣਾਵਾਂਗੀ ਪੂਰਾ ਉਹਨਾਂ ਦਾ ਜੀਵਨੀ ਬਾਰੇ ਦੱਸਾਂਗੀ ਤਾਂ ਬਹੁਤ ਲੈਂਥੀ ਵੀਡੀਓ ਹੋ ਜਾਏਗੀ। ਇਸ ਵਕਤ ਤੁਹਾਡੇ ਪੇਪਰ ਹਨ, ਇਸ ਲਈ ਮੈਂ ਇੰਨਾ ਕੁ ਹੀ ਦੱਸਿਆ ਹੈ ਜਿਹੜਾ ਕਿ ਜਿਹਨੂੰ ਕਿ ਤੁਸੀਂ ਤਿਆਰੀ ਆਸਾਨੀ ਨਾਲ ਕਰ ਸਕੋ ਔਰ ਜਿੰਨਾ ਕੁ ਪੇਪਰ ਵਿੱਚ ਤੁਹਾਡੇ ਆਉਣਾ ਹੈ 12ਵੀਂ ਕਲਾਸ ਦੇ ਹਿਸਾਬ ਨਾਲ। ਸੋ ਉਮੀਦ ਕਰ ਰਹੀ ਹੈ ਸਮਝ ਆ ਗਿਆ ਹੋਏਗਾ, ਪਰ ਫਿਰ ਵੀ ਜੇ ਨਹੀਂ ਸਮਝ ਆਇਆ ਤਾਂ ਦੁਬਾਰਾ ਦੱਸੋ, ਮੈਂ ਇਸਨੂੰ ਹੋਰ ਈਜ਼ੀ ਜਾਂ ਕਿਸੇ ਹੋਰ ਮੈਥਡ ਨਾਲ ਵੀ ਤੁਹਾਨੂੰ ਸਮਝਾਉਣ ਦੀ ਜਿਹੜੀ ਕਿ ਕੋਸ਼ਿਸ਼ ਕਰਾਂਗੀ। ਕੁਐਸਚਨ ਆਨਸਰ ਮੋਸਟ ਇੰਪੋਰਟੈਂਟ ਪਾਰਟ ਆਫ ਦਿਸ ਵੀਡੀਓ। ਸੋ ਭਾਈ ਵੀਰ ਸਿੰਘ ਦੇ ਜਿਹੜਾ ਅਸੀਂ ਜੀਵਨੀ ਪੜ੍ਹੀ ਉਹ 'ਚੋਂ ਕਿਹੜੇ ਕੀ ਕੁਐਸਚਨ ਆ ਸਕਦੇ ਹਨ। ਜਿਵੇਂ ਆ ਸਕਦਾ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕੌਣ ਹੈ? ਭਾਈ ਵੀਰ ਸਿੰਘ ਜੀ ਹੈ। ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ? 5 ਦਸੰਬਰ 1872 ਨੂੰ ਹੋਇਆ। ਪਿਤਾ ਦਾ ਨਾਮ ਡਾਕਟਰ ਚਰਨ ਸਿੰਘ। ਕਿੱਥੇ ਹੋਇਆ? ਅੰਮ੍ਰਿਤਸਰ ਹੋਇਆ। ਸੰਤ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਭਾਈ ਵੀਰ ਸਿੰਘ ਨੂੰ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ? ਭਾਈ ਵੀਰ ਸਿੰਘ ਜੀ। ਕਿਸ ਕਵੀ ਨੂੰ ਪੰਜਾਬੀ ਦਾ ਵਰਡਸਵਰਥ ਕਿਹਾ ਜਾਂਦਾ ਹੈ? ਭਾਈ ਵੀਰ ਸਿੰਘ ਜੀ ਨੂੰ ਕਿਹਾ ਹੈ। ਭਾਈ ਵੀਰ ਸਿੰਘ ਜੀ ਦਾ ਨਾਵਲ ਜਿਹੜਾ ਹੈ ਸੁੰਦਰੀ ਕਦੋਂ ਛਪਿਆ? 1898 ਵਿੱਚ ਛਪਿਆ ਸੀ। ਭਾਈ ਵੀਰ ਸਿੰਘ ਜੀ ਨੇ ਕਿਹੜਾ ਨਾਟਕ ਲਿਖਿਆ? ਰਾਜਾ ਲਖ ਦਾਤਾ ਸਿੰਘ ਲਿਖਿਆ। ਭਾਈ ਵੀਰ ਸਿੰਘ ਜੀ ਨੂੰ ਜਾਂ ਫਿਰ ਅਰਸ਼ਾਂ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਉਹ ਵੀ ਭਾਈ ਵੀਰ ਸਿੰਘ ਜੀ ਨੂੰ ਕਿਹਾ। ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਦਾ ਮੁੱਖ ਵਿਸ਼ਾ ਕੀ ਹੈ? ਅਧਿਆਤਮਵਾਦ ਹੈ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਉਹ ਵੀ ਭਾਈ ਵੀਰ ਸਿੰਘ ਜੀ ਨੂੰ ਹੀ ਕਿਹਾ ਜਾਂਦਾ ਹੈ। ਸੋ ਇਹ ਜਿਹੜੇ ਕਿ ਕੁਐਸਚਨ ਮੈਨੂੰ ਲੱਗਦਾ ਕਿ ਇੱਕ ਨੰਬਰ ਵਿੱਚ ਆ ਸਕਦੇ ਹਨ, ਜਾਂ ਉਹਨਾਂ ਦਾ ਕੋਈ ਨਾਵਲ ਨਾਟਕ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਜਿਵੇਂ ਮੇਰੇ ਸਾਈਆਂ ਜੀ ਉਹ ਕਿਹਦਾ ਲਿਖਿਆ ਹੋਇਆ ਹੈ, ਰਾਜਾ ਲਖ ਦਾਤਾ ਕਿਹਦਾ ਸਿੰਘ ਲਿਖਿਆ ਹੋਇਆ ਹੈ, ਸੁੰਦਰੀ ਕਿਹਦਾ ਲਿਖਿਆ ਹੋਇਆ ਹੈ, ਜਾਂ ਆ ਸਕਦਾ ਹੈ ਕਿ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ। ਇਸ ਤਰ੍ਹਾਂ ਦੇ ਜਿਹੜੇ ਕਿ ਸ਼ਾਰਟ ਕੁਐਸਚਨ ਭਾਈ ਵੀਰ ਸਿੰਘ ਵਿੱਚੋਂ ਨਿਕਲ ਕੇ ਆ ਸਕਦੇ।